ਵੈਲਕਮ ਸਟੂਡੈਂਟਸ। ਸੋ ਅੱਜ ਆਪਾਂ ਚੈਪਟਰ ਪ੍ਰੋਬੇਬਿਲਿਟੀ ਸਟਾਰਟ ਕਰਨ ਜਾ ਰਹੇ ਹਾਂ ਜੀ। ਸੰਭਾਵਨਾ ਜਿਹਨੂੰ ਆਪਾਂ ਕਹੀਦਾ। ਪ੍ਰੋਬੇਬਿਲਿਟੀ ਸਰ ਹੈ ਕੀ ਹੈ? ਪ੍ਰੋਬੇਬਿਲਿਟੀ ਇਜ਼ ਦਾ ਰੇਸ਼ੋ ਆਫ ਦਾ ਨੰਬਰ ਆਫ ਫੇਵਰੇਬਲ ਕੇਸਿਸ ਟੂ ਦਾ ਟੋਟਲ ਨੰਬਰ ਆਫ ਇਕੁਅਲੀ ਲਾਈਕਲੀ ਕੇਸਿਸ। ਠੀਕ ਹੈ ਸਰ। ਇਹਦੇ 'ਚ ਆਪਾਂ ਜਿਹੜੇ ਦੋ ਵਰਡ ਯੂਜ਼ ਕੀਤੇ ਆ, ਫੇਵਰੇਬਲ ਕੇਸਿਸ, ਤੇ ਦੂਸਰਾ ਆਪਾਂ ਯੂਜ਼ ਕੀਤਾ ਟੋਟਲ ਨੰਬਰ ਆਫ ਇਕੁਅਲੀ ਲਾਈਕਲੀ ਕੇਸਿਸ। ਇਹ ਫਾਰਮੂਲੇ ਤਾਂ ਆਪਾਂ ਬਾਅਦ ਚ ਆਉਂਦੇ, ਪਹਿਲਾਂ ਆਪਾਂ ਸਮਝਦੇ ਹਾਂ ਸਰ ਫੇਵਰੇਬਲ ਕੇਸਿਸ ਕਿਹੜੇ ਹੁੰਦੇ ਨੇ ਤੇ ਇਕੁਅਲੀ ਲਾਈਕਲੀ ਕੇਸਿਸ ਕਿਹੜੇ ਹੁੰਦੇ ਨੇ। ਦੇਖੋ ਫੇਵਰੇਬਲ ਕੇਸ ਸਰ ਉਹ ਹੁੰਦੇ ਨੇ ਜਿਹੜੇ ਆਪਣੇ ਡਿਜ਼ਾਇਰ ਦੇ ਅਕੋਰਡਿੰਗ ਆਣ। ਠੀਕ ਹੈ, ਜਿਵੇਂ ਸਰ ਮੈਂ ਡਾਈਸ ਇੱਕ ਲਿੱਤਾ, ਠੀਕ ਹੈ, ਉਹਦੇ ਵਿੱਚ 6 ਤੱਕ ਨੰਬਰ ਆ ਸਕਦਾ, 1 ਵੀ ਆ ਸਕਦਾ, 2 ਵੀ ਆ ਸਕਦਾ, 3 ਵੀ ਆ ਸਕਦਾ, 4 ਵੀ, 5 ਵੀ, 6 ਵੀ। ਠੀਕ ਹੈ ਜੀ। ਦੇਖੋ 1 ਦੇ ਆਉਣ ਦੀ ਪ੍ਰੋਬੇਬਿਲਿਟੀ ਵੀ ਇਕੁਅਲ ਹੈ, 2 ਦੇ ਆਉਣ ਦੀ ਵੀ ਇਕੁਅਲੀ ਪ੍ਰੋਬੇਬਿਲਿਟੀ ਹੈ ਨਾ, 3 ਦੀ ਆਉਣ ਦੀ ਵੀ ਇਕੁਅਲੀ ਲਾਈਕਲੀ ਪ੍ਰੋਬੇਬਿਲਿਟੀ ਹੈ। ਇਹ ਤਾਂ ਸਾਡੇ ਹੋ ਗਏ ਇਕੁਅਲੀ ਲਾਈਕਲੀ ਕੇਸਿਸ। ਬਟ ਫੇਵਰੇਬਲ ਕੇਸਿਸ ਸਾਡੇ ਨੀਡ ਦੇ ਅਕੋਰਡਿੰਗ ਆਣ, ਸਾਡੇ ਡਿਜ਼ਾਇਰ ਦੇ ਅਕੋਰਡਿੰਗ ਆਣ, ਜੋ ਚਾਹੁੰਦੇ ਉਹੀ ਆਣ। ਮੈਂ ਚਾਹੁੰਦਾ ਸਰ ਕਿ ਮੇਰਾ ਮਲਟੀਪਲ ਆਫ 3 ਆਏ। ਮੈਂ ਫੇਵਰੇਬਲ ਕੇਸਿਸ ਕਿਹੜੇ ਚਾਹੁੰਦਾ ਕਿ ਸਰ ਮੇਰੇ ਜਿਹੜੇ ਡਾਈਸ ਨੂੰ ਮੈਂ ਅਗਰ ਥਰੋ ਕਰਾਂ ਤੇ ਮੇਰੇ ਮਲਟੀਪਲਸ ਕਿਹੜੇ ਆਣ, 3 ਦੇ ਆਣ। ਤਾਂ ਮੇਰੀ ਸੈਂਪਲ ਸਪੇਸ ਸਰ ਕੀ ਬਣੇਗੀ? 3 ਦੇ ਮਲਟੀਪਲਸ ਕਿਹੜੇ ਹੋਣਗੇ? ਤਾਂ 3 ਹੋਏਗਾ, 1 6 ਹੋਏਗਾ। ਮੀਨਸ ਇਹ ਮੇਰੇ ਜਿਹੜੇ ਦੋ ਕੇਸ ਬਣੇ ਨਾ ਸਰ 3 ਤੇ 6, ਇਹ ਮੇਰੇ ਕਿਹੜੇ ਹੋ ਗਏ? ਫੇਵਰੇਬਲ ਕੇਸਿਸ, ਮੇਰੇ ਨੀਡ ਦੇ ਅਕੋਰਡਿੰਗ ਆਏ। ਮੰਨ ਲਓ ਅਗਰ ਮੈਂ ਚਾਹੁੰਦਾ ਕਿ ਮੇਰੇ ਮਲਟੀਪਲਸ ਕਿਹੜੇ ਆਣ? 2 ਦੇ ਆਣ, 2 ਦੇ ਮਲਟੀਪਲਸ ਆ, ਤਾਂ ਮੇਰੀ ਸੈਂਪਲ ਸਪੇਸ ਸਰ ਕੀ ਬਣੇਗੀ? 2 4 6। ਇਹ ਮੇਰੇ ਕਿਹੜੇ ਹੋ ਗਏ ਸਰ? ਫੇਵਰੇਬਲ ਕੇਸਿਸ, ਮੇਰੇ ਨੀਡ ਦੇ ਅਕੋਰਡਿੰਗ ਆਏ। ਅਗਰ ਮੈਂ ਇਕੁਅਲੀ ਲਾਈਕਲੀ ਦੀ ਗੱਲ ਕਰਾਂ, ਇਹਦੇ ਵਿੱਚ ਸਾਰੇ ਆ ਜਾਣ, ਮਤਲਬ 2 ਦੇ ਆਉਣ ਦੀ ਵੀ ਇਕੁਅਲੀ ਪ੍ਰੋਬੇਬਿਲਿਟੀ ਹੈ। ਇੱਧਰ ਆਪਾਂ ਸਮਝਨੇ ਇਹਦੇ ਵਿੱਚ ਦੇਖੋ 1 ਦੀ ਆਉਣ ਦੀ ਪ੍ਰੋਬੇਬਿਲਿਟੀ ਵੀ 1 ਵੀ ਆ ਸਕਦਾ, ਜਦੋਂ ਡਾਈਸ ਥਰੋ ਕਰਾਂਗੇ 2 ਵੀ ਆ ਸਕਦਾ ਹੈ ਨਾ, 3 ਵੀ ਆ ਸਕਦਾ, 4 ਵੀ ਆ ਸਕਦਾ, 5 ਵੀ ਆ ਸਕਦਾ, 6 ਵੀ ਆ ਸਕਦਾ। ਮੀਨਸ ਇਹਦੇ ਵਿੱਚ ਇਕੁਅਲੀ ਲਾਈਕਲੀ ਪ੍ਰੋਬੇਬਿਲਿਟੀ ਹੈ ਸਾਰਿਆਂ ਦੇ ਆਉਣ ਦੀ। ਉਹਨਾਂ ਨੇ ਕਿਹਾ ਟੋਟਲ, ਮੀਨਸ ਇਹ ਟੋਟਲ ਨੰਬਰ ਕਿੰਨੇ ਨੇ ਸਰ? 6 ਨੇ। ਹੁਣ ਅਗਰ ਫੇਵਰੇਬਲ ਕੇਸਿਸ ਦੀ ਗੱਲ ਕਰਾਂ, ਅਗਰ ਮੈਂ ਇਹਦੀ ਪ੍ਰੋਬੇਬਿਲਿਟੀ ਸਰ ਫਾਈਂਡ ਕਰਨੀ ਹੋਵੇ ਤਾਂ ਇਹਦਾ ਫਾਰਮੂਲਾ ਕੀ ਹੁੰਦਾ ਸਰ? ਫੇਵਰੇਬਲ ਕੇਸਿਸ ਮੀਨਸ ਸਾਡੇ ਡਿਜ਼ਾਇਰ ਦੇ ਅਕੋਰਡਿੰਗ ਆਵੇ ਤੇ ਓਵਰ ਟੋਟਲ ਨੰਬਰ ਇਕੁਅਲੀ ਕੇਸਿਸ। ਟੋਟਲ ਕੇਸ ਸਾਡੇ ਕਿੰਨੇ ਬਣਨਗੇ ਸਰ? ਅਗਰ ਡਾਈਸ ਨੂੰ ਥਰੋ ਕਰਾਂਗੇ 6, ਤੇ ਫੇਵਰੇਬਲ ਕੇਸ ਮਤਲਬ ਸਾਡੀ ਨੀਡ ਦੇ ਅਕੋਰਡਿੰਗ ਉਹ ਕਿੰਨੇ ਆ ਰਹੇ? ਇਹਦੇ ਵਿੱਚ ਆਪਾਂ ਗੱਲ ਕਰੀਏ ਤਾਂ ਪ੍ਰੋਬੇਬਿਲਿਟੀ ਏ ਈਵੈਂਟ ਦੀ ਆਉਣ ਦੀ ਕਿੰਨੀ ਹੈ? 2, ਕਿਉਂਕਿ 2 ਕੇਸ ਨੇ, ਬਟ ਇਹ 'ਚ ਕਿੰਨਾ ਸਰ? 6 ਨੇ। ਤਾਂ ਪ੍ਰੋਬੇਬਿਲਿਟੀ ਸਾਡੀ ਕਿੰਨੀ ਆ ਜਾਏਗੀ? 1/3। ਠੀਕ ਹੈ ਜੀ। ਅਗਰ ਮੈਂ 2 ਦੀ ਪ੍ਰੋਬੇਬਿਲਿਟੀ ਕੱਢਣੀ ਹੁੰਦੀ ਫਿਰ ਸਰ ਕੀ ਆਣੀ ਸੀ? 3 ਕੇਸ ਨੇ ਤਾਂ 3/6, ਤਾਂ ਕੱਟ ਕੇ ਕਿੰਨਾ ਆ ਜਾਣਾ ਸਰ? 1/2। ਠੀਕ ਹੈ ਜੀ। ਅਗਰ ਸਰ ਸਾਡੇ ਕੋਲ ਫੇਵਰੇਬਲ ਕੇਸਿਸ m ਨੇ ਤੇ ਟੋਟਲ ਨੰਬਰ ਇਕੁਅਲੀ ਲਾਈਕਲੀ ਕੇਸਿਸ ਕਿੰਨੇ? n ਨੇ। ਸਾਡੀ ਪ੍ਰੋਬੇਬਿਲਿਟੀ ਕੀ ਹੋ ਜਾਏਗੀ? a ਕੋਈ ਈਵੈਂਟ ਹੈ, ਠੀਕ ਹੈ ਜੀ, ਤਾਂ ਪ੍ਰੋਬੇਬਿਲਿਟੀ a ਦੀ ਕੀ ਹੋ ਜਾਏਗੀ? m/n। ਤਾਂ m ਇੱਥੇ ਰਿਪਰੈਜ਼ੈਂਟ ਕਿਹਨੂੰ ਕਰੇਗਾ ਸਰ? ਨੰਬਰ ਆਫ ਫੇਵਰੇਬਲ ਕੇਸਿਸ, ਸਾਡੇ ਡਿਜ਼ਾਇਰ ਦੇ ਅਕੋਰਡਿੰਗ ਜਿਹੜੇ ਆ ਰਹੇ ਨੰਬਰਸ। n ਟੋਟਲ ਨੰਬਰ ਆਫ ਕੇਸਿਸ। ਆਈ ਹੋਪ ਤੁਹਾਨੂੰ ਕਲੀਅਰ ਹੋਏਗਾ। ਨੈਕਸਟ ਚੱਲਦੇ ਆ ਜੀ, ਕੰਪਲੀਮੈਂਟਰੀ ਇਵੈਂਟਸ ਕਿਹੜੇ ਹੁੰਦੇ ਨੇ? ਜੋ ਕੰਪਲੀਮੈਂਟਰੀ ਇਵੈਂਟਸ ਕਿਹੜੇ ਹੁੰਦੇ ਨੇ? ਦ ਇਵੈਂਟਸ ਵਿਚ ਆਰ ਕੁਆਇਟ ਓਪੋਜ਼ਿਟ ਟੂ ਈਚ ਅਦਰ। ਠੀਕ ਹੈ ਜੀ। ਕੰਪਲੀਮੈਂਟਰੀ ਇਵੈਂਟਸ ਨੂੰ ਆਪਾਂ ਦੋ ਪਾਰਟਸ 'ਚ ਵੰਡੀ ਤੇ ਹੈਪਨਿੰਗ ਤੇ ਨੋਟ ਹੈਪਨਿੰਗ। ਅਗਰ ਐਗਜ਼ਾਮਪਲ ਤੋਂ ਸਰ ਸਮਝੀ ਤਾਂ ਮੰਨ ਲਓ ਮੈਂ ਡਾਈਸ ਨੂੰ ਸਰ ਥਰੋ ਕੀਤਾ, ਇੱਕ ਵਾਰ ਡਾਈਸ ਨੂੰ ਥਰੋ ਕੀਤਾ ਤੇ ਹੈਡ ਦੇ ਆਉਣ ਦੇ ਚਾਂਸਿਸ ਕਿੰਨੇ ਨੇ ਸਰ? 1/2। ਇਹ ਤਾਂ ਹੈਪਨਿੰਗ ਹੋ ਗਈ, ਹੈਡ ਆ ਸਕਦਾ ਹੈ। ਬਟ ਅਗਰ ਮੈਂ ਚਾਹਾਂ ਸਰ ਹੈਡ ਨਾ ਆਏ ਤਾਂ ਉਹਦੇ ਉੱਪਰ ਆਪਾਂ ਕੀ ਡਾਲ ਦਾਂਗੇ? ਇੱਕ ਬਾਰ ਡਾਲ ਦਾਂਗੇ, ਇਹਨੂੰ ਕਹਾਂਗੇ h, ਹੈਡ ਆਉਣ ਦੀ ਨਾ ਪ੍ਰੋਬੇਬਿਲਿਟੀ, ਹੈਡ ਨਾ ਆਏ। ਹੁਣ ਦੇਖੋ ਡਾਈਸ ਨੂੰ ਜਦੋਂ ਆਪਾਂ ਥਰੋ ਕਰਾਂਗੇ, ਇੱਕ ਵਾਰੀ ਆਪਾਂ ਕੁਆਇਨ ਟੌਸ ਕੀਤਾ ਤਾਂ ਆਪਣੀ ਸੈਂਪਲ ਸਪੇਸ ਕੀ ਆ ਸਕਦੇ ਨੇ? ਹੈਡ ਜਾਂ ਟੇਲ। ਹੁਣ ਦੇਖੋ ਹੈਡ ਨਾ ਆਏ ਤਾਂ ਟੇਲ ਆਏ, ਮੀਨਸ ਫੇਵਰੇਬਲ ਕੇਸ ਸਾਡਾ ਕੀ ਆਏ? 1 ਆਏ। ਤੇ ਟੋਟਲ ਕੇਸ ਕਿੰਨੇ ਬਣਨਗੇ ਸਰ? 2, 1/2। ਮੀਨਸ ਹੈਪਨਿੰਗ ਦੀ ਹੈਡ ਆਉਣ ਦੀ ਪ੍ਰੋਬੇਬਿਲਿਟੀ ਤੇ ਹੈਡ ਨਾ ਆਉਣ ਦੀ ਪ੍ਰੋਬੇਬਿਲਿਟੀ, ਅਗਰ ਇਹਨਾਂ ਨੂੰ ਆਪਾਂ ਪਲੱਸ ਕਰ ਦੀ ਤਾਂ ਉਹਦਾ ਕੇਸ ਸਰ ਆਨਸਰ ਕਿੰਨਾ ਬਣ ਜਾਂਦਾ ਹੈ? 1 ਬਣ ਜਾਂਦਾ ਹੈ। ਤਾਂ ਇਵੈਂਟਸ ਵਿਚ ਆਰ ਕੁਆਇਟ ਓਪੋਜ਼ਿਟ ਟੂ ਈਚ ਅਦਰ, ਮੀਨਸ ਹੈਡ ਆਵੇ ਤੇ ਹੈਡ ਨਾ ਆਵੇ। ਠੀਕ ਹੈ। ਮਲਟੀਪਲ 2 ਦੇ ਆਣ, ਮਲਟੀਪਲ 2 ਦੇ ਨਾ ਆਣ, ਤਾਂ ਉਹਨਾਂ ਜਿਹੜਾ ਸਰ ਪ੍ਰੋਬੇਬਿਲਿਟੀ ਐਡ ਕਰੀ ਤਾਂ ਉਹਨਾਂ ਕੀ ਆਨਸਰ ਹੁੰਦਾ ਸਾਡਾ? 1। ਤੋਂ ਉਹਨੂੰ ਆਪਾਂ ਕਹੀਦਾ ਕੰਪਲੀਮੈਂਟਰੀ ਇਵੈਂਟਸ ਕਹੀਦਾ। ਠੀਕ ਹੈ ਜੀ। ਨੈਕਸਟ ਆਉਂਦਾ ਜੀ ਸ਼ੋਰ ਐਂਡ ਸਰਟਨ ਇਵੈਂਟਸ। ਸ਼ੋਰ ਮਤਲਬ ਦੇਖੋ ਡਾਈਸ ਅਗਰ ਥਰੋ ਕਰਾਂਗੇ ਆਪਣੇ ਕੋਲ ਸੈਂਪਲ ਸਪੇਸ ਕੀ ਬਣੇਗੀ? 1
2 3 4 5 6 श्योर इवेंट ਦੇ ਵਿੱਚ ਕੀ ਹੁੰਦਾ ਸਰ ਆਪਣੇ ਕੋਲ ਪ੍ਰੋਬੇਬਿਲਿਟੀ ਦਾ ਫਾਰਮੂਲਾ ਆਪਾਂ ਹੁਣੇ ਕੀਤਾ ਕਿ ਸਰ ਫੇਵਰੇਬਲ ਕੇਸਿਸ ਬਾਈ ਟੋਟਲ ਨੰਬਰ ਆਫ ਕੇਸਿਸ ਠੀਕ ਹੈ ਜੀ ਹੁਣ ਦੇਖੋ ਮੈਂ ਚਾਹਨਾ ਫੇਵਰੇਬਲ ਕੇਸਿਸ ਕੀ ਚਾਹਨਾ ਕਿ ਮੇਰਾ ਜਿਹੜਾ ਨੰਬਰ ਆਏ ਨਾ ਸਰ ਫੇਵਰੇਬਲ ਉਹ 7 ਤੋਂ ਘੱਟ ਆਏ ਫੇਵਰੇਬਲ ਕੇਸਿਸ ਮੈਂ ਕੀ ਚਾਹਨਾ ਸਰ ਫੇਵਰੇਬਲ ਕੇਸਿਸ ਜਿਹੜੇ ਮੇਰੇ ਬਣਨ ਨਾ ਸਰ ਉਹ 7 ਤੋਂ ਘੱਟ ਆਵੇ ਨੰਬਰ ਜਦੋਂ ਮੈਂ ਡਾਈਸ ਨੂੰ ਥਰੋ ਕਰਾਂ ਤਾਂ ਉਹ ਕਿਹੜੇ ਕਿਹੜੇ ਕੇਸ ਆ ਸਕਦੇ ਸਰ 1 ਵੀ ਆ ਸਕਦਾ 2 ਵੀ ਆ ਸਕਦਾ 3 4 5 6 ਠੀਕ ਹੈ ਜੀ ਜਦੋਂ ਪ੍ਰੋਬੇਬਿਲਿਟੀ ਕੱਢਾਂਗਾ ਮੈਂ ਸ਼ੋਰ ਇਵੈਂਟ ਦੀ ਹੁਣ ਫੇਵਰੇਬਲ ਕੇਸਿਸ ਕਿੰਨੇ ਨੇ 6 ਨੇ ਟੋਟਲ ਕਿੰਨੇ ਨੇ 6 ਤਾਂ ਉਹਦੀ ਪ੍ਰੋਬੇਬਿਲਿਟੀ ਸਰ ਸ਼ੋਰ ਇਵੈਂਟ ਦੀ ਕਿੰਨੀ ਹੋਵੇਗੀ ਹਰ ਵਾਰ 1 ਆਏਗੀ ਇੱਥੇ ਇੱਕ ਡੈਫੀਨੇਸ਼ਨ ਹੋਰ ਨਾਲ ਇੰਪਰੂਵ ਹੋ ਜਾਂਦੀ ਸਾਡੇ ਕੋਲੋਂ ਕਿ ਇੰਪੋਸੀਬਲ ਇਵੈਂਟ ਸਰ ਕੀ ਹੁੰਦੇ ਆ ਇੰਪੋਸੀਬਲ ਇਵੈਂਟ ਇਹ ਵੀ ਆਪਾਂ ਐਗਜ਼ਾਮਪਲ ਤੋਂ ਹੀ ਸਮਝਾਂਗੇ ਸਰ ਮੈਂ ਡਾਈਸ ਨੂੰ ਥਰੋ ਕੀਤਾ ਤੇ ਜਿਹੜਾ ਮੇਰਾ ਫੇਵਰੇਬਲ ਕੇਸਿਸ ਆਏ ਨਾ ਸਰ ਫੇਵਰੇਬਲ ਕੇਸਿਸ ਆਣ ਉਹ ਮੇਰਾ 8 ਆਏ ਜਦੋਂ ਮੈਂ ਡਾਈਸ ਨੂੰ ਥਰੋ ਕਰਾਂ ਤਾਂ ਜਿਹੜਾ ਮੇਰਾ ਫੇਵਰੇਬਲ ਕੇਸਿਸ ਬਣੇ ਕਿ ਇਹ 8 ਆਏ ਦੇਖੋ ਡਾਈਸ ਦੇ ਵਿੱਚ 8 ਤਾਂ ਆ ਹੀ ਨਹੀਂ ਸਕਦਾ ਤਾਂ ਸਾਡਾ ਫੇਵਰੇਬਲ ਕੇਸਿਸ ਕਿੰਨੇ ਹੋ ਗਏ 0 ਟੋਟਲ ਕੇਸ ਕਿੰਨੇ ਹੈ 6 ਤਾਂ ਆਨਸਰ ਕਿੰਨਾ ਬਣ ਜਾਏਗਾ 0 ਅਗਰ ਕੁਐਸਚਨ ਆਂਦਾ ਕਿ ਸਰ ਸ਼ੋਰ ਇਵੈਂਟ ਦੀ ਪ੍ਰੋਬੇਬਿਲਿਟੀ ਕਿੰਨੀ ਹੁੰਦੀ ਹੈ 1 ਹੁੰਦੀ ਹੈ ਇੰਪੋਸੀਬਲ ਦੀ ਸਰ ਪ੍ਰੋਬੇਬਿਲਿਟੀ ਕਿੰਨੀ ਹੁੰਦੀ ਉਹ ਹੁੰਦੀ ਸਾਡੇ ਕੋਲੋਂ 0 ਤਾਂ ਐਜ਼ ਇਟ ਇਜ਼ ਕੁਐਸਚਨ ਬਣ ਜਾਂਦਾ ਹੈ ਇੰਪੋਸੀਬਲ ਇਵੈਂਟ ਦੀ 0 ਹੋ ਜਾਏਗੀ ਤੇ ਸ਼ੋਰ ਇਵੈਂਟ ਦੀ ਪ੍ਰੋਬੇਬਿਲਿਟੀ ਕਿੰਨੀ ਹੋ ਜਾਏਗੀ ਸਰ 1 ਹੋ ਜਾਏਗੀ ਬੜਾ ਇੰਪੋਰਟੈਂਟ ਕੁਐਸਚਨ ਹੈ ਕਿ ਸਰ ਪ੍ਰੋਬੇਬਿਲਿਟੀ ਲਾਈ ਕਿੰਦੇ ਵਿੱਚ ਕਰਦੀ ਹੁਣੇ ਆਪਾਂ ਕੀਤਾ ਕਿ ਸਰ ਪ੍ਰੋਬੇਬਿਲਿਟੀ ਅਗਰ ਇੰਪੋਸੀਬਲ ਇਵੈਂਟ ਦਾ 0 ਹੋਏਗੀ ਅਗਰ ਸ਼ੋਰ ਇਵੈਂਟ ਹੈ ਕਿ ਆਉਣ ਦੀ ਪ੍ਰੋਬੇਬਿਲਿਟੀ ਹੈ ਉਹਦੀ 1 ਹੋਏਗੀ ਤਾਂ ਪ੍ਰੋਬੇਬਿਲਿਟੀ ਕਿੰਦੇ ਵਿੱਚ ਲਾਈ ਕਰਦੀ ਹੈ ਸਰ 0 ਤੇ 1 ਮੀਨਸ 0 ਵੀ ਲੈਣਾ ਹੈ ਤਾਂ 0 ਤੋਂ ਵੱਡਾ ਲੈਣਾ ਤੇ 1 ਤੋਂ ਛੋਟਾ ਲੈਣਾ ਤਾਂ 1 ਵੀ ਕੰਸੀਡਰ ਕਰਨਾ ਹੈ ਮੀਨਸ ਪ੍ਰੋਬੇਬਿਲਿਟੀ ਲਾਈਜ਼ ਬਿਟਵੀਨ 1 and 0 and 0 and 1 are included ठीक है जी नेक्स्ट आप एमसीक्यू डिस्कस करने हैं बड़े इंपॉर्टेंट एमसीक्यू ने साडे लिए फर्स्ट एमसीक्यू है जी इफ पीए डोनेट्स द प्रोबेबिलिटी ऑफ एन इवेंट ए देन देखो हुणे आपां कीता कि सर पीए अगर प्रोबेबिलिटी इवेंट ਨੂੰ डोनेट कर रहा है देन ਕਿਹੜੇ ਕਿਹੜੇ ਆਪਸ਼ਨ ਆ ਸਕਦੇ ਸਰ ਪੀਏ ਲੈਸ ਦੈਨ 0 ਇਹ ਤਾਂ ਹੋ ਹੀ ਨਹੀਂ ਸਕਦਾ ਸਰ ਪੀਏ ਕੇ 1 ਤੋਂ ਵੱਡਾ ਹੈ ਨਹੀਂ ਪੀਏ ਸਰ 0 ਤੇ 1 ਦੇ ਵਿੱਚ ਹੈ ਤੇ 0 ਤੇ 1 ਇਨਕਲੂਡ ਬਿਲਕੁਲ ਸਹੀ ਸਰ ਇਹ ਆਪਸ਼ਨ ਬਣੇਗੀ 4 ਚੈੱਕ ਕਰਨੇ -1 ਸਰ -1 ਤਾਂ ਹੁੰਦੇ ਨੇ 0 ਹੁੰਦਾ ਇਸ ਕਰਕੇ ਜਿਹੜੀ ਆਪਸ਼ਨ ਸਾਡੀ ਬਣੇਗੀ ਸੀ ਮੀਨਸ ਪ੍ਰੋਬੇਬਿਲਿਟੀ ਲਾਈਜ਼ ਬਿਟਵੀਨ 0 and 1 ਅ ਡਾਈਸ ਇਜ਼ ਥਰੋਨ ਵਨਸ ਸਰ ਡਾਈਸ ਨੂੰ ਇੱਕ ਵਾਰੀ ਸੱਟਿਆ ਗਿਆ ਦ ਪ੍ਰੋਬੇਬਿਲਿਟੀ ਆਫ ਗੈਟਿੰਗ ਅ ਪ੍ਰਾਈਮ ਨੰਬਰ ਦੇਖੋ ਪ੍ਰਾਈਮ ਨੰਬਰ ਦੇ ਕਿਹੜੇ ਕਿਹੜੇ ਫੈਕਟਰਸ ਹੁੰਦੇ ਦੋ ਹੀ ਹੁੰਦੇ ਨੇ ਇੱਕ ਹਾਫ ਹੁੰਦਾ ਤੇ ਜਾਂ ਮਤਲਬ ਕਿ ਜਿਵੇਂ 7 ਹੈ ਉਹਦੇ ਜਿਹੜੇ ਫੈਕਟਰਸ ਕਿਹੜੇ ਹੋਣਗੇ 7 ਹੋਏਗਾ ਜਾਂ 1 ਹੋਏਗਾ ਨਾ ਹੁਣ ਆਪਾਂ ਡਾਈਸ ਨੂੰ ਥਰੋ ਕੀਤਾ ਤਾਂ ਆਪਾਂ ਡਾਈਸ ਨੂੰ ਥਰੋ ਕੀਤਾ ਸਰ ਸੈਂਪਲ ਸਪੇਸ ਸਾਡੀ ਕੀ ਬਣੇਗੀ 1 2 3 4 5 6 ਠੀਕ ਹੈ ਜੀ ਬਟ ਆਪਾਂ ਚਾਹੁੰਦੇ ਹਾਂ ਕਿ ਸਰ ਫੇਵਰੇਬਲ ਕੇਸਿਸ ਜਿਹੜੇ ਬਣਨ ਨਾ ਮੈਨੂੰ ਆਪਣੇ ਡਿਜ਼ਾਇਰ ਦੇ ਅਕੋਰਡਿੰਗ ਕੀ ਆਏ ਸਰ ਉਹ ਆਏ ਪ੍ਰਾਈਮ ਨੰਬਰ ਦੇਖੋ ਪ੍ਰਾਈਮ ਨੰਬਰ 1 ਤੋਂ ਲੈ ਕੇ 6 ਦੇ ਵਿੱਚ ਕਿਹੜੇ ਕਿਹੜੇ ਹੁੰਦੇ ਆ ਤਾਂ 2 ਹੁੰਦਾ ਇੱਕ 3 ਹੁੰਦਾ ਸਰ 4 ਨਹੀਂ ਹੁੰਦਾ ਕਿਉਂਕਿ 3 ਫੈਕਟਰ ਬਣ ਜਾਂਦੇ ਨੇ 5 ਹੋਏਗਾ ਬਿਲਕੁਲ ਹੋਏਗਾ ਸਰ ਤਾਂ ਕਿੰਨੇ ਆਪਣੇ ਪ੍ਰੋਬੇਬਿਲਿਟੀ ਕੀ ਆ ਜਾਏਗੀ ਸਰ ਚਲੋ ਸ਼ੋਰ ਇਵੈਂਟ ਇਹ ਹੈ ਸਾਡੇ ਕੋਲੋਂ ਤਾਂ ਫੇਵਰੇਬਲ ਕੇਸਿਸ 3 ਨੇ ਟੋਟਲ ਕੇਸਿਸ ਕਿੰਨੇ ਬਣਨਗੇ ਆਪਣੇ ਕੋਲੋਂ 6 ਤਾਂ ਪ੍ਰੋਬੇਬਿਲਿਟੀ ਕਿੰਨੀ ਆ ਜਾਏਗੀ ਸਰ 1/2 ਮੀਨਸ ਪ੍ਰਾਈਮ ਨੰਬਰ ਦੀ ਜਿਹੜੀ ਪ੍ਰੋਬੇਬਿਲਿਟੀ ਹੈ ਨਾ ਸਰ ਆਉਣ ਦੀ ਪ੍ਰੋਬੇਬਿਲਿਟੀ ਕਿੰਨੀ ਹੈ ਮੀਨਸ ਪ੍ਰਾਈਮ ਨੰਬਰ ਇੱਕ ਤਾਂ 2 ਆ ਸਕਦਾ 6 ਦੇ ਵਿੱਚ ਇੱਕ 3 ਆ ਸਕਦਾ 5 ਆ ਸਕਦਾ ਤਾਂ ਪ੍ਰੋਬੇਬਿਲਿਟੀ ਕਿੰਨੀ ਬਣੇਗੀ ਸਾਡੇ ਕੋਲੋਂ 1/2 ਨੈਕਸਟ ਕੁਐਸਚਨ ਹੈ ਜੀ ਦਾ ਪ੍ਰੋਬੇਬਿਲਿਟੀ ਦੈਟ ਅ ਨੰਬਰ ਸਿਲੈਕਟਡ ਐਟ ਰੈਂਡਮ ਫਰੋਮ ਦਾ ਨੰਬਰਸ 1 ਤੋਂ ਲੈ ਕੇ 15 ਤੱਕ ਨੰਬਰ ਦਿੱਤੇ ਨੇ ਇਜ਼ ਅ ਮਲਟੀਪਲ ਆਫ 4 ਦੇਖੋ ਮਲਟੀਪਲ ਆਫ 4 ਹੈ ਮੀਨਸ ਕਿ ਸਾਡਾ ਜਿਹੜਾ ਮਲਟੀਪਲ ਹੈ ਨਾ ਸਰ 4 ਆਏ ਫੇਵਰੇਬਲ ਕੇਸਿਸ 4 ਦੇ ਆਣ ਤਾਂ ਫੇਵਰੇਬਲ ਕੇਸਿਸ ਸਰ ਬਣਨਗੇ ਕਿਹੜੇ ਕਿਹੜੇ ਤਾਂ 4 ਬਣੇਗਾ ਇੱਕ ਸਰ 8 ਬਣੇਗਾ ਇੱਕ 12 ਬਣੇਗਾ ਹੈ ਨਾ ਫੇਵਰੇਬਲ ਕੇਸਿਸ ਕਿੰਨੇ ਹੋ ਗਏ ਸਰ ਸਾਡੇ ਕੋਲ 3 ਟੋਟਲ ਕੇਸਿਸ ਕਿੰਨੇ ਨੇ 15 ਪ੍ਰੋਬੇਬਿਲਿਟੀ ਕਿੰਨੀ ਆ ਜਾਏਗੀ ਸਰ 1/5 ਇਹ ਸਾਡੇ ਕੀ ਹੋ ਗਏ ਸਰ ਫੇਵਰੇਬਲ ਕੇਸਿਸ ठीक है जी आंसर आ जाएगा 3/15 आंसर इज 1/5 ठीक है जी नेक्स्ट चलने क्वेश्चन नंबर 4
टू coins are tossed simultaneously the probability getting at most one head देखो दो coin ਨੂੰ toss ਕੀਤਾ ਗਿਆ देखो ਇਹਦੇ ਚ ਬੱਚਿਆਂ ਨੂੰ ਬੜੀ ਕਨਫਿਊਜ਼ਨ ਹੁੰਦੀ at most देखो दो coins ਅਗਰ toss ਕੀਤੇ ਗਏ ਨਾ ਸੈਂਪਲ ਸਪੇਸ ਸਰ ਕੀ ਬਣੇਗੀ दो अगर टॉस करी coin ਜਾਂ ਤਾਂ ਪਹਿਲੀ ਵਾਰੀ दो head ਆ ਜਾਣ ਜਾਂ ਦੋਨੇ ਵਾਰੀ ਕੀ ਆ ਜਾਣ ਸਰ ਟੇਲ ਆ ਜਾਏ ਜਾਂ ਟੇਲ ਹੈਡ ਜਾਂ ਹੈਡ ਹੁਣ ਦੇਖੋ ਸਾਡੇ ਜਿਹੜੇ ਫੇਵਰੇਬਲ ਕੇਸਿਸ ਆਣ ਨਾ ਸਰ ਉਹ ਕੀ ਆਣ ਐਟ ਮੋਸਟ ਵਨ ਹੈਡ ਆਏ ਮੀਨਸ ਜਾਂ ਤਾਂ ਇੱਕ ਹੈਡ ਆਏ ਹੈ ਨਾ ਐਟ ਮੋਸਟ मतलब ਜਾਂ ਤਾਂ ਇੱਕ ਹੈਡ ਆਏ ਜਾਂ ਜ਼ੀਰੋ ਹੈਡ ਆਏ ਅਗਰ ਹੁੰਦਾ ਐਟ ਲੀਸਟ ਇੱਕ ਆਏ ਹੈਡ ਤੇ ਦੋ ਹੈਡ ਆ ठीक है जी ਹੁਣ ਐਟ ਮੋਸਟ ਪੁੱਛਿਆ ਮੀਨਸ ਇੱਕ ਆਣਾ ਚਾਹੀਦਾ ਇੱਕ ਤੋਂ ਜ਼ਿਆਦਾ ਨਹੀਂ ਆਣਾ ਚਾਹੀਦਾ ਤੇ ਇੱਕ ਤੋਂ ਘੱਟ ਆਣਾ ਚਾਹੀਦਾ ਠੀਕ ਹੈ ਜੀ ਹੁਣ ਦੇਖੋ ਇੱਕ ਆ ਰਿਹਾ ਬਟ ਇੱਥੇ ਦੋ ਆ ਰਹੇ ਨੇ ਇਹ ਤਾਂ ਨਹੀਂ ਹੋਏਗਾ ਇੱਥੇ ਇੱਕ ਵੀ ਨਹੀਂ ਆ ਰਿਹਾ ਤੇ ਕੰਸੀਡਰ ਕਰਾਂਗੇ ਆਪਾਂ ਐਟ ਮੋਸਟ ਦੇ ਵਿੱਚ ਇੱਥੇ ਇੱਕ ਆ ਰਿਹਾ ਬਿਲਕੁਲ ਜੀ ਇੱਥੇ ਇੱਕ ਆ ਰਿਹਾ ਕੇਸਿਸ ਕਿੰਨੇ ਬਣ ਗਏ ਸਾਡੇ ਕੋਲ 3 ਟੋਟਲ ਕੇਸਿਸ ਕਿੰਨੇ ਨੇ ਸਾਡੇ ਕੋਲ 4 ਤਾਂ ਪ੍ਰੋਬੇਬਿਲਿਟੀ ਕਿੰਨੀ ਬਣ ਜਾਏਗੀ ਸਰ 3/4 ਠੀਕ ਹੈ ਜੀ ਅਗਰ ਕਹਿੰਦਾ ਸਰ ਐਟ ਲੀਸਟ मीनस एक भी आए तो दो भी आन एट लीस्ट उनके देखो एक भी आए मीनस एक दो ते तीन उनके भी 3 बनने से है ना तो एट मोस्ट मतलब कि एक ऐड आए एक तो घट आए एक भी आए तो जीरो भी आए एट लीस्ट मतलब एक तो एक तो ज़्यादा ठीक है जी प्रोबेबिलिटी कितनी बन जाएगी बाद 3/4 आंसर आ जाएगा साडा सर 3/4 ये द प्रोबेबिलिटी ऑफ एन इवेंट इज P प्रोबेबिलिटी इवेंट की कितनी P द प्रोबेबिलिटी इट्स कंप्लीमेंटरी इवेंट विल बी आप हुणे कीता सी सर कि PA प्लस PA कंप्लीमेंटरी कितना हुंदा सर 1 हुण कहंदा आन दी प्रोबेबिलिटी कितनी P कंप्लीमेंटरी चाहिए हुंदा इक्वल टू 1 तो PA कंप्लीमेंट कितना आ जाएगा 1 माइनस तो बड़ा इंपॉर्टेंट क्वेश्चन आंसर आ जाएगा सर 1 माइनस ठीक है जी A card is selected from the deck of 52 cards. Card select ਕੀਤਾ ਕਿ 52 ਪੱਤਿਆਂ ਦੇ ਵਿੱਚੋਂ the probability of being a red face card. ਸਰ ਬੜੇ ਧਿਆਨ ਨਾਲ ਸਮਝਣਾ ਇਹਦਾ ਕੁਐਸਚਨ ਬਣ ਨਹੀਂ ਜਾਂਦਾ ਦੇਖੋ ਅਗਰ ਅਸੀਂ ਕਾਰਡ ਦੀ ਗੱਲ ਕਰੀਏ ਟੋਟਲ ਕਾਰਡਸ ਕਿੰਨੇ ਹੁੰਦੇ ਸਾਡੇ ਕੋਲ ਟੋਟਲ ਕਾਰਡ ਸਰ ਹੋਣਗੇ ਸਾਡੇ ਕੋਲ 52 ਅਗਰ ਸਰ ਪੁੱਛ ਲੈ ਫੇਸ ਕਾਰਡਸ ਕਿੰਨੇ ਹੁੰਦੇ ਆ ਫੇਸ ਕਾਰਡਸ ਮੈਂ ਕਹਿ ਰਿਹਾ ਸਰ ਫੇਸ ਕਾਰਡਸ ਹੁੰਦੇ ਆ ਸਰ 52 ਦੇ ਵਿੱਚ ਹੁੰਦੇ ਨੇ ਸਾਡੇ ਕੋਲੋਂ 12 ਸਰ ਅਗਰ ਪੁੱਛ ਲੈ ਰੈੱਡ ਫੇਸ ਕਾਰਡ ਕਿੰਨੇ ਹੁੰਦੇ ਆ ਰੈੱਡ ਫੇਸ ਕਾਰਡ ਮੈਂ ਕਹਾਂਗਾ ਸਰ 6 ਕਿਉਂਕਿ 12 ਕੋ ਡਿਵਾਈਡ ਹੋ ਜਾਂਦੇ 6 ਰੈੱਡ ਤੇ 6 ਬਲੈਕ ਠੀਕ ਹੈ ਜੀ ਤੇ ਬਲੈਕ ਸਰ ਫੇਸ ਕਾਰਡ ਕਿੰਨੇ ਹੋਣਗੇ 6 ਅਗਰ ਪੁੱਛ ਲੈ ਸਰ 52 ਕਾਰਡ ਦੇ ਵਿੱਚ ਏਸ ਕਿੰਨੇ ਹੁੰਦੇ ਆ ਯੱਕੇ ਉਹ 4 ਹੁੰਦੇ ਆ ਠੀਕ ਹੈ ਜੀ ਤੇ 52 ਕੋ 4 ਦੇ ਵਿੱਚ ਆਪਾਂ ਡਿਵਾਈਡ ਕਰਨਾ 13 ਪੱਤੇ ਹੁੰਦੇ ਆ ਸਾਡੇ ਕੋਲੋਂ ਇਹ ਆਪਾਂ ਨੂੰ ਪਤਾ ਹੈ ਠੀਕ ਹੈ ਜੀ ਇਹ ਥੋੜਾ ਜਿਹਾ ਤੁਸੀਂ ਯਾਦ ਰੱਖਣਾ ਉਹਨੂੰ ਪੁੱਛ ਰਿਹਾ ਕਿ ਫੇਸ ਕਾਰਡ ਕਿੰਨੇ ਹੁੰਦੇ ਆ ਦੇਖੋ ਫੇਸ ਕਾਰਡ ਪੁੱਛ ਰਿਹਾ ਫੇਸ ਕਾਰਡ ਤਾਂ ਪੁੱਛ ਰਿਹਾ ਬਟ ਨਾਲ ਕੀ ਪੁੱਛ ਰਿਹਾ ਰੈੱਡ ਫੇਸ ਕਾਰਡ ਕਿੰਨੇ ਹੁੰਦੇ ਆ ਰੈੱਡ ਫੇਸ ਕਾਰਡ ਦੇਖੋ ਟੋਟਲ ਫੇਸ ਕਾਰਡ ਹੁੰਦੇ 12 ਬਟ ਰੈੱਡ ਪੁੱਛ ਰਿਹਾ ਸਰ ਰੈੱਡ ਕਿੰਨੇ ਹੋਣਗੇ ਸਰ 6 ਠੀਕ ਹੈ ਜੀ ਰੈੱਡ ਕਿੰਨੇ ਹੋਣਗੇ 6 ਤੇ ਟੋਟਲ ਕਿੰਨੇ ਸਾਡੇ ਕੋਲ ਸਰ 52 ਕੱਟ ਕਰ ਕਿੰਨਾ ਆ ਜਾਏਗਾ 3/26 3/26 ਆਨਸਰ ਆ ਜਾਏਗਾ ਠੀਕ ਹੈ ਜੀ 2 ਤੇ ਕੱਟ ਕਰ ਦਾਂਗੇ 3/26 ਅਗਰ ਪੁੱਛਦਾ ਫੇਸ ਕਾਰਡ ਫਿਰ ਸਾਡਾ 12/52 ਆਏਗਾ ਠੀਕ ਹੈ ਜੀ ਨੈਕਸਟ ਚੱਲਨੇ ਜੀ ਕੁਐਸਚਨ ਨੰਬਰ 7 ਤੇ which one of the following cannot be the probability of an event ਜਿਹੜੀ probability ਨਹੀਂ ਹੋ ਸਕਦੀ ਦੇਖੋ probability ਤਾਂ ਉਹੀ ਹੋਏਗੀ ਜਿਹੜੀ ਇੱਕ ਤੋਂ ਕੀ ਹੋਏਗੀ ਸਰ ਛੋਟੀ ਹੋਏਗੀ ਦੇਖੋ ਇਹ ਤਾਂ ਇੱਕ ਤੋਂ ਛੋਟੀ ਇਹ ਤਾਂ ਹੋ ਸਕਦੀ ਹੈ ਇਹ ਵੀ ਹੋ ਸਕਦੀ ਹੈ ਅਗਰ ਇਹਨੂੰ ਚੈੱਕ ਕਰਨੇ 5/100 ਇਹ ਹੋਏਗਾ ਸਰ 0.05 ਇਹ ਵੀ ਹੋ ਸਕਦੀ ਹੈ ਬਟ ਇਹ ਹੈ ਕਿ 1.1 ਤਾਂ ਹੈਪਨ ਨਹੀਂ ਕਰ ਸਕਦੀ ਸਰ ਇਸ ਕਰਕੇ ਆਨਸਰ ਕੀ ਹੋ ਜਾਏਗਾ 1.1 if the probability of winning a game is 0.995 then the probability of losing is देखो हमने आप कीता सी सर PA plus P is the complementary ना आंदा equal to 1
देखो विन करन दी कितनी प्रोबेबिलिटी है सर 0.995 ते विन ना करन दी मतलब लूज कर रहे मतलब ये अपनी प्रोबेबिलिटी फाइंड करनी है ना। तो पी ए कंप्लीमेंट जो आप सर 1 माइनस करांगे 0.995 माइनस करांगे 1 आप कितना आ जाएगा साढ़े को सर आप जो माइनस करांगे 1 चो तुम माइनस कर दो 0.995 तो लगभग 0 पॉइंट आ जाएगा तो आ जाएगा 0.005। देखो विन कर रहे तो आप लूज करना विन ना करें मतलब यही लगेगा अपने को फार्मूला तो आंसर आ जाएगा 0.005। नेक्स्ट क्वेश्चन है सर इफ अ लेटर ऑफ इंग्लिश अल्फाबेट is shown at random then the probability the letter is a consonant। देखो इंग्लिश द अल्फाबेट है साढ़े को is shown at random ठीक है the probability that letter is a consonant ਹੁਣ ਇੰਗਲਿਸ਼ ਅਲਫਾਬੈਟ ਹੈ ਇਹਦੇ ਵਿੱਚੋਂ ਦੇਖੋ ਸਾਡੇ ਕੋਲੋਂ ਇੰਗਲਿਸ਼ ਅਲਫਾਬੈਟਸ ਕਿੰਨੇ ਹੁੰਦੇ ਟੋਟਲ 26 ਹੁੰਦੇ ਟੋਟਲ ਇੰਗਲਿਸ਼ ਦੇ ਅਲਫਾਬੈਟ ਸਾਡੇ ਕਿੰਨੇ ਹੁੰਦੇ 26 ਠੀਕ ਹੈ ਜੀ ਉਹਦੇ ਵਿੱਚ ਕੀ ਆਣ ਸਾਡੇ ਕੋਲੋਂ ਕੌਨਸੋਨੈਂਟਸ ਆਣ ਕੌਨਸੋਨੈਂਟਸ ਆਣ ਆਪਾਂ ਕੀ ਕਰਨਾ ਸਰ ਵੋਵਲਸ ਨੂੰ ਡਿਲੀਟ ਕਰ ਦਿੰਦੇ ਆ ਡਿਲੀਟ ਕਰਦੇ 5 ਸਾਡੇ ਕੋਲ ਵੋਵਲਸ ਹੁੰਦੇ ਆ ਵੋਵਲਸ ਕਿਹੜੇ ਕਿਹੜੇ ਹੁੰਦੇ ਆ ਸਾਡੇ ਕੋਲ ਸਰ A E O U ਤੇ I ठीक है जी 5 वोवल्स ਅਸੀਂ ਡਿਲੀਟ ਕਰ ਦਿੰਨੇ ਮਤਲਬ ਜਿਹੜੇ ਸਾਡੇ ਫੇਵਰੇਬਲ ਕੇਸਿਸ ਬਣਨਗੇ ਸਰ ਇਹ ਸਾਡੇ ਸਰ ਫੇਵਰੇਬਲ ਕੇਸਿਸ ਬਣਨਗੇ ਨਾ ਉਹ ਕਿੰਨੇ ਬਣ ਜਾਣਗੇ ਸਰ 21 क्योंकि 5 ਤਾਂ ਵੋਵਲ ਤਾਂ ਅਸੀਂ ਲਿਆਣਾ ਹੀ ਨਹੀਂ ਇਹਨਾਂ ਤਾਂ ਲਿਆਣਾ ਹੀ ਨਹੀਂ ਅਸੀਂ ਪ੍ਰੋਬੇਬਿਲਿਟੀ ਕਿੰਨੀ ਬਣ ਜਾਏਗੀ ਸਰ ਕਿ ਸਾਡਾ ਜਿਹੜਾ ਲੈਟਰ ਹੈ ਕਿ ਆਏ ਕੌਨਸੋਨੈਂਟ ਆਏ C ਆਏ ਤਾਂ 21/26 ठीक है जी 21/26 इज द आंसर। नेक्स्ट चलने जी क्वेश्चन नंबर 10 अ पेयर ऑफ डाइस आर थ्रोन वंस देखो डाइस ਨੂੰ ਇੱਕ ਵਾਰੀ ਸੱਟਿਆ ਗਿਆ फाइंड अ प्रोबेबिलिटी ऑफ गेटिंग अ सेम नंबर डबलेट ऑन ईच डाइस एक पेयर सा डाइस ਦਾ ਸੱਟਿਆ ਗਿਆ मींस जोड़ा डाइस ਦਾ ਸੱਟਿਆ ਗਿਆ डबलेट आए डबलेट ਦਾ सर मतलब पता ਕੀ ਹੁੰਦਾ है कि अगर एक सर पहले डाइस एक करे दूसरे ते भी एक आए अगर पहले ते 2 आ रहे दूसरे की आए 2 आए तीसरे मतलब 3 आ रहे तो 3 आए 4 है तो दूसरे भी 4 है 5 है तो दूसरे की आए 5 आए 6 है तो दूसरे की आए 6 वो 6 तक डाइस होंगे साढ़े को टोटल केसिस किन्ने बनने टोटल केसिस सर पता किन्ने बनते हैं अगर पेयर होवे पहले का 6 क्योंकि 6 केस पहले डाइस बन गए दूसरे भी 6 टोटल होंगे 36 केसिस असं चाहते सर प्रोबेबिलिटी की है डबलेट आए या सेम नंबर आए मीनस अगर इधर 1 है दूसरे तो भी 1 है सेम नंबर आए दोनों पास ठीक है जी वो केस किन्ने ने सर 6 टोटल केस किन्ने ने सर 36 तो प्रोबेबिलिटी कितनी बन जाएगी सर 1/6 डबलेट मतलब दोनों पास सर सेम नंबर ठीक है जी। नेक्स्ट क्वेश्चन है सर बैग कंटेन्स 5 रेड बॉल्स एंड सम ब्लू बॉल्स बैग ਦੇ ਵਿੱਚ 5 सर रेड बॉल ने तो सम ब्लू बॉल्स ਸਾਨੂੰ ਪਤਾ ਨਹੀਂ ब्लू बॉल्स ਕਿੰਨੀਆਂ ਨੇ इफ the probability of drawing a blue ball from the bag is thrice the red ball ਕੀ ਕਹਿ ਰਿਹਾ ਸਰ ਜਿਹੜੀ probability blue ball ਦੀ ਹੈ ਨਾ blue ball ਦੀ probability ਉਹ ਕੀ ਹੈ thrice ਹੈ 3 ਗੁਣਾ ਕਿੰਦੇ ਨਾਲ probability of red ਨਾਲੋਂ ठीक है जी प्रोबेबिलिटी द प्रोबेबिलिटी ऑफ ड्राइंग ब्लू बॉल्स हाँ बिल्कुल तो फाइंड द नंबर ऑफ ब्लू बॉल्स इन द बैग ठीक है तो तुम इंज कर लो प्रोबेबिलिटी रैड आती है ठीक है जी हम देखो जा इंज तुम मान लो प्रोबेबिलिटी आप ब्लू की फाइंड करनी है या नंबर ऑफ इंज कर लो तुम कि ब्लू की है 3 गुना है रैड नाल ठीक है जी और रैड किन्ने ने साडे कोलों 5 ने तो साढ़े को जी ब्लू बॉल्स कितनी हो जाएंगी 15 हो जाएंगी तो ब्लू बॉल्स कितनी आ जाएंगे साढ़े को क्योंकि ब्लू बॉल्स की ना 3 गुना रैड का सीधा ही आंसर आ जाएगा अगर ये 5 है तो ये कितना हो जाएगा 15 हो जाएगा सीधा भी आ रहा ठीक है जी। नेक्स्ट चल रहे हैं जी क्वेश्चन नंबर 12 फाइंड द प्रोबेबिलिटी ऑफ गेटिंग अ प्राइम नंबर इफ अ डाइस इज थ्रोन वंस देखो डाइस ਨੂੰ थ्रो किया गया तो प्रोबेबिलिटी क्या है प्राइम नंबर आए
डाइस ਦੇ ਵਿੱਚ ਸੈਂਪਲ ਸਪੇਸ ਕੀ ਬਣੇ ਸਾਡੀ ਪ੍ਰਾਈਮ ਨੰਬਰ ਬਣੇ ਸਾਡਾ ਫੇਵਰੇਬਲ ਕੇਸਿਸ ਕਿਹੜੇ ਬਣਨਗੇ ਸਰ 2 3 ਤੇ 5 ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਸਾਡੇ ਜਿਹੜੇ ਫੇਵਰੇਬਲ ਕੇਸਿਸ ਕਿਹੜੇ ਆ ਪ੍ਰਾਈਮ ਨੰਬਰ ਆ ਫੇਵਰੇਬਲ ਕੇਸਿਸ ਕਿੰਨੇ ਬਣਨਗੇ ਸਾਡੇ ਸਰ 3 ਬਣਨਗੇ ਟੋਟਲ ਕੇਸ ਕਿੰਨੇ ਨੇ ਸਾਡੇ ਕੋਲ ਸਰ 6 प्रोबेबिलिटी कितनी आ जाएगी 3/6 कट करके कितना आ जाएगा 1/, ठीक है जी आंसर आ जाएगा 1/। क्वेश्चन है जी नेक्स्ट 1 कार्ड इज ड्रॉन फ्रॉम द वेल शफल्ड डिक ऑफ 52 कार्ड्स फाइंड द प्रोबेबिलिटी गेटिंग अ फेस कार्ड और एन एस फेस कार्ड भी आए तो एस भी आए देखो फेस कार्ड किन्ने होंगे साढ़े को 12 पाने डिस्कस किया एस आए नाल वो किन्ने हो गए सर 4 और मतलब प्लस और मतलब प्लस हो गया ठीक है जी टोटल केस किन्ने बन गए सर 16 तो टोटल केस होंगे किन्ने साढ़े को 52 कट कर कितना आ जाएगा सर 4/30 ठीक है जी आंसर कितना बन जाएगा ए ठीक है 14th क्वेश्चन द प्रोबेबिलिटी दैट अ नॉन लीप ईयर सेलेक्टेड एट रैंडम विल कंटेन्स 53 मंडेज इज देखो 53 मंडेज कह रहे हैं असी करने सर 53 मंडे आने चाहिए ना असी की करने 53 ਨੂੰ 7 ਨਾਲ ਕੀ ਕਰ ਦਿੰਦੇ ਆ ਡਿਵਾਈਡ ਕਰ ਦਿੰਦੇ ਕਿਉਂਕਿ ਇੱਕ ਹਫਤੇ ਵਿੱਚ 7 ਡੇਜ਼ ਹੀ ਹੁੰਦੇ 7 ਆਪਾਂ ਮਲਟੀਪਲਾਈ ਕਰਾਂਗੇ ਇਹਨੂੰ ਡਿਵਾਈਡ ਕਰਾਂਗੇ ਸੌਰੀ ਤਾਂ ਆਪਣਾ ਕਿੰਨਾ ਆ ਜਾਏਗਾ 7 ਠੀਕ ਹੈ ਜੀ 49 53 है ना अपने को 49 आ जाएगा ਇਹਦੇ ਵਿੱਚ ਆਪਣੇ ਕੋਲੋਂ ਲੀਪ ਈਅਰ ਇਹ ਬਣ ਰਿਹਾ 4 ठीक है जी एक बार और स्टेटमेंट रीड करना है मतलब प्रोबेबिलिटी दैट अ नॉन लीप ईयर इस टोटल डेज किन्ने बनने नॉन लीप ईयर दे विच 365 पर मैंने 365 सर दिन बन गए नॉन लीप ईयर कंसीडर करना है देखो 53 मंडेज में ठीक है जी 52 तो पूरे हो जाएंगे पूरे हफ्ते हो जाएंगे ना 52 तो आप ਉਂਝ काउंट कर लेंगे पूरे काउंट हो जाएंगे तो जो एक दिन बचेगा हम पूरे हफ्ते विचों एक दिन वो ਆਪਾਂ ਲੈਣਾ मंडे पूरे हफ्ते में मंडे तो सर एक दिन ही आएगा है ना तो 1/7 आ जाएगा ठीक है जी एक बार रिपीट करना कि 9 लीप 365 दिन होंगे हैं ठीक है जी 53 मंडे च आप फाइंड करना 52 तो पूरे हो जाएंगे ठीक है जी एक दिन बचेगा एक दिन हम हफ्ते एक ही आएगा ना मंडे तो एक ही आज हफ्ते तो प्रोबेबिलिटी कितनी बन जाएगी साढ़े को 1/7 ठीक है जी नेक्स्ट चलने क्वेश्चन नंबर 15 10 डिफेक्टिव पेन्स आर एक्सीडेंटली मिक्सड विद 90 गुड वंस टोटल साढ़े को देखो 90 गुड वंस सी गुड वंस किन्ने सी साढ़े को 90 ਉਹਦੇ ਵਿੱਚ 10 ਕੀ ਹੋ ਗਏ ਡਿਫੈਕਟਿਵ ਐਡ ਹੋ ਗਏ ਮੀਨਸ ਟੋਟਲ ਕਿੰਨੇ ਬਣ ਗਏ ਸਰ 100 ਇਟ ਇਜ਼ ਨੋਟ ਪੋਸੀਬਲ ਟੂ ਜਸਟ ਲੁੱਕ ਐਟ ਦੀ ਪੈਨ ਐਂਡ ਟੈਲ ਦਾ ਵੈਦਰ ਔਰ ਨੋਟ ਇਟ ਇਜ਼ ਡਿਫੈਕਟਿਵ ਪਤਾ ਨਹੀਂ ਚੱਲ ਰਿਹਾ ਕਿ ਡਿਫੈਕਟਿਵ ਹੈ ਜਾਂ ਉਹ ਗੁੱਡ ਵਨ ਹੈ ਕਹਿੰਦਾ ਜਦੋਂ ਪੈਨ ਸਿਲੈਕਟ ਕੀਤਾ ਨਾ ਸਾਡਾ ਅਸੀਂ ਰੈਂਡਮ ਹੁੰਦਾ ਸਲੋਟ ਡਿਟਰਮਾਈਨ ਦ ਪ੍ਰੋਬੇਬਿਲਿਟੀ ਦੈਟ ਪੈਨ ਟੇਕਨ ਆਊਟ ਇਜ਼ ਗੁੱਡ ਵਨ ਮੀਨਸ ਪੈਨ ਜਿਹੜਾ ਹੈ ਨਾ ਸਰ ਗੁੱਡ ਆਏ ਜਿਹੜੇ ਫੇਵਰੇਬਲ ਕੇਸਿਸ ਹੈ ਡਿਜ਼ਾਇਰ ਕੀ ਹੈ ਗੁੱਡ ਵਨ ਹੁਣ देखो फेवरेबल केसिस किन्ने बन गए साढ़े को 90 फेवरेबल केसिस आप है ना किन्ने बन जाएंगे 90 क्योंकि असं डिजायर साड़ी की है फेवरेबल केसिस की मीनस गुड वन की प्रोबेबिलिटी किन्नी आ जाएगी गुड वनस आन साढ़े को ना गुड वनस आन तो 90 ओवर टोटल किन्ने साढ़े को 100 तो आप जो प्रोबेबिलिटी किन्नी आ जाएगी साढ़े को 0.9 ठीक है जी नेक्स्ट चलने जी क्वेश्चन नंबर 16 आनंद एंड सुमित आर फ्रेंड्स व्हाट इज द प्रोबेबिलिटी दैट दे बोथ हैव बर्थडे ऑन 11th नवंबर इग्नोरिंग लीप ईयर सर कंसीडर नहीं करना क्योंकि टोटल दिन किन्ने हो गए साढ़े को 365 हो गए हम देखो दोनों का बर्थडे कदों है 11 नवंबर में ही आए 11 नवंबर तो एक ही होंगे सर 365 टोटल हो गए तो कितनी प्रोबेबिलिटी आ जाएगी 1/365 मीनस 11 नवंबर उनका बर्थडे बने तो ये तो एक दिन हो गया सर टोटल कितने बने 365 तो 1/365 नेक्स्ट क्वेश्चन है जी ना बैग देयर आर 100 बल्ब्स आउट ऑफ विच
30 are bad ones and bulb is taken out of the bag at random, the probability selected bulb is good। ਦੇਖੋ ਟੋਟਲ ਬਲਬਸ ਸਾਨੂੰ ਦਿੱਤੇ ਨੇ 100, ਜਿੰਦੇ ਵਿੱਚੋਂ 30 ਸਰ ਕੀ ਨੇ ਬੈਡ ਹੈ। ਸਰ ਓਬਵੀਅਸ ਹੈ ਕਿ 70 ਕੀ ਹੋਣਗੇ ਸਰ ਗੁੱਡ ਹੋਣਗੇ। ਠੀਕ ਹੈ, ਉਹ ਕਹਿੰਦਾ ਕਿ ਜਿਹੜੀ ਸਾਡੇ ਫੇਵਰੇਬਲ ਕੇਸਿਸ ਬਣਨ ਨਾ, ਸਾਡੇ ਡਿਜ਼ਾਇਰ ਕੀ ਆਏ ਗੁੱਡ ਆਏ, ਤਾਂ ਪ੍ਰੋਬੇਬਿਲਿਟੀ ਸਰ ਗੁੱਡ ਆਉਣ ਦੀ ਕੀ ਹੋਏਗੀ। ਟੋਟਲ ਕੇਸਿਸ ਕਿੰਨੇ ਹੋਣਗੇ ਗੁੱਡ ਆਉਣ ਦੇ, ਫੇਵਰੇਬਲ ਕੇਸ 70। ਠੀਕ ਹੈ, ਤੇ ਸਾਡੇ ਕੋਲੋਂ 70 ਹੋ ਕੇ ਗੁੱਡ ਆਉਣ ਦੇ, ਟੋਟਲ ਬਲਬ ਕਿੰਨੇ ਨੇ ਸਰ 70, ਤਾਂ ਆਨਸਰ ਕਿੰਨਾ ਆ ਜਾਏਗਾ 0.7। आई होप ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਏਗੀ। ਲਾਈਕ ਕਰਨਾ, ਸ਼ੇਅਰ ਕਰਨਾ, ਸਬਸਕ੍ਰਾਈਬ ਕਰਨਾ ਮੇਰੇ ਚੈਨਲ ਨੂੰ, ਤਾਂ ਕਿ ਅਸੀਂ ਹੋਰ ਵਧੀਆ ਵਧੀਆ ਵੀਡੀਓ ਤੁਹਾਡੇ ਲਈ ਲੈ ਕੇ ਆਉਂਦੇ ਰਹੀਏ। ਤੁਸੀਂ ਮੇਰਾ ਟੈਲੀਗ੍ਰਾਮ ਗਰੁੱਪ ਵੀ ਜੁਆਇਨ ਕਰ ਸਕਦੇ ਹੋ, ਇਹ ਲਿੰਕ ਤੁਸੀਂ ਨੋਟ ਕਰ ਲਓ, ਤੁਸੀਂ ਮੇਰਾ ਟੈਲੀਗ੍ਰਾਮ ਲਿੰਕ ਜੁਆਇਨ ਕਰ ਸਕਦੇ ਹੋ। ਥੈਂਕਸ, ਹੈਵ ਅ ਨਾਈਸ ਡੇ।